ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਇਹ ਖਿਆਲ ਵਿੱਚ ਰੱਖਣ ਯੋਗ ਹੈ ਕਿ ਇਹ ਜੋ ਅਧਿਆਤਮ ਦਾ ਮਾਰਗ ਹੈ ਨਾ, ਇਹ ਤੁਹਾਡੀ ਨੌਲੇਜ 'ਤੇ ਨਿਰਭਰ ਨਹੀਂ ਹੈ, ਤੁਹਾਡੀ ਸਮਝ 'ਤੇ ਨਿਰਭਰ ਨਹੀਂ ਹੈ, ਤੁਹਾਡੇ ਗਿਆਨ 'ਤੇ ਨਿਰਭਰ ਨਹੀਂ ਹੈ, ਤੁਹਾਡੀ ਪੜ੍ਹਾਈ ਲਿਖਾਈ 'ਤੇ ਨਿਰਭਰ ਨਹੀਂ ਹੈ। ਇਸੇ ਕਾਰਨ ਪੁਰਾਣੇ ਸਮਿਆਂ ਦੇ ਵਿੱਚ ਬਿਲਕੁਲ ਅਨਪੜ੍ਹ ਜਿਹੜੇ ਸਨ, ਉਹ ਵੀ ਗਿਆਨ ਨੂੰ ਉਪਲਬਧ ਹੋ ਗਏ ਅਤੇ ਵੱਡੇ ਵੱਡੇ ਪੰਡਤਾਂ ਨੂੰ ਵੀ ਉਹਨਾਂ ਨੇ ਮਾਤ ਪਾ ਦਿੱਤੀ, ਕਿਉਂਕਿ ਉਹਨਾਂ ਨੇ ਜਾਣਿਆ ਸੀ ਅਤੇ ਪੰਡਤਾਂ ਨੇ ਵਿਚਾਰਿਆ ਸੀ। ਅਤੇ ਜਾਣਨ ਵਾਲਾ ਤਾਂ ਸਿੱਧਾ ਠਾਹ ਸੋਟਾ ਮਾਰਦਾ, ਉਹਨੂੰ ਤਾਂ ਪਤਾ ਹੈ ਨਾ। ਅਤੇ ਪੰਡਤ ਉਦਾਹਰਣਾਂ ਦੇ ਦੇ ਕੇ ਸਮਝਾਉਂਦੇ ਹਨ। ਅਤੇ ਅਨਪੜ੍ਹ ਜਿਹੜਾ ਹੈ, ਜਿਹੜਾ ਬਿਲਕੁਲ ਵੀ ਪੜ੍ਹਿਆ ਨਹੀਂ ਹੈ, ਉਹ ਵੀ ਉਪਲਬਧ ਹੋ ਸਕਦਾ ਹੈ, ਕਿਉਂਕਿ ਇਹ ਸੰਸਾਰਿਕ ਜਾਣਕਾਰੀ 'ਤੇ ਨਿਰਭਰ ਨਹੀਂ ਹੈ, ਗਿਆਨ 'ਤੇ ਨਿਰਭਰ ਨਹੀਂ ਹੈ। ਜਿਵੇਂ ਐਵੇਂ ਸਮਝ ਲਵੋ ਵੀ ਜਦੋਂ ਬੱਚਾ ਪੈਦਾ ਨਹੀਂ ਸੀ ਹੋਇਆ, ਲਿਵ ਲੱਗੀ ਸੀ, ਉਦੋਂ ਉਹਦੇ ਕੋਲ ਕਿਹੜਾ ਗਿਆਨ ਸੀ? ਉਦੋਂ ਤਾਂ ਭਾਸ਼ਾ ਵੀ ਨਹੀਂ ਸੀ ਜਾਣਦਾ, ਪੜ੍ਹਿਆ ਲਿਖਿਆ ਕਿੱਥੋਂ ਹੋਵੇਗਾ? ਅਤੇ ਧਿਆਨ ਲੱਗਾ ਸੀ ਨਾ। ਬਸ ਵੈਸੇ ਹੀ ਫੇਰ ਹੋ ਜਾਣਾ ਹੈ। ਅਤੇ ਵੈਸੇ ਹੋਣ ਵਾਸਤੇ ਕੀ ਗਿਆਨ ਜ਼ਰੂਰੀ ਹੈ? ਵਿਚਾਰ ਜ਼ਰੂਰੀ ਹੈ। ਹਾਂ, ਜੋ ਬਾਹਰ ਤੁਸੀਂ ਪਕੜ ਲਿਆ ਹੈ, ਤੁਹਾਡੀ ਸੁਰਤ ਸੰਸਾਰ ਵਿੱਚ ਲੱਗ ਗਈ ਹੈ, ਉਹਨੂੰ ਛੱਡਣ ਵਾਸਤੇ ਗਿਆਨ ਜ਼ਰੂਰੀ ਹੈ। ਫਿਰ ਗਿਆਨ ਨੂੰ ਛੱਡਣ ਵਾਸਤੇ ਵੀ ਗਿਆਨ ਜ਼ਰੂਰੀ ਹੈ, ਪਰ ਉਹਨੂੰ ਪਾਉਣ ਵਾਸਤੇ ਗਿਆਨ ਜ਼ਰੂਰੀ ਨਹੀਂ, ਸਮਝ ਜ਼ਰੂਰੀ ਨਹੀਂ, ਅਤੇ ਵਿਚਾਰ ਤਾਂ ਬਿਲਕੁਲ ਜ਼ਰੂਰੀ ਨਹੀਂ। ਅਤੇ ਧਾਰਮਿਕ ਲੋਕ ਅਕਸਰ ਇਹੋ ਹੀ ਖਿਆਲ ਕਰਦੇ ਹਨ, ਭਾਵੇਂ ਰੋਜ਼ ਕਹੀ ਵੀ ਜਾਓ ਤਾਂ ਵੀ ਗਹਿਰੇ ਤਲ 'ਤੇ ਜੋ ਅਸਰ ਹੋ ਗਿਆ ਹੈ ਨਾ, ਉਹ ਛੇਤੀ ਜਾਂਦਾ ਨਹੀਂ ਹੈ। ਆਦਮੀ ਬੜਾ ਜਟਲ ਹੈ ਆਦਮੀ, ਉਹ ਫਿਰ ਵੀ ਵਿਚਾਰ ਕਰੀ ਹੀ ਜਾਂਦਾ ਹੈ। ਕਈ ਤਾਂ ਪਾਠ ਕਰੀ ਜਾਂਦੇ ਹਨ, ਅਤੇ ਕੁਛ ਕਹਿੰਦੇ ਹਨ ਵੀ ਪਾਠ ਨਹੀਂ, ਵਿਚਾਰ ਕਰੋ, ਵੀ ਵਿਚਾਰ ਕਰਕੇ ਸਮਝ ਕੇ ਗੱਲ, ਫਿਰ ਗਿਆਨ ਹੋਵੇਗਾ, ਇਉਂ ਕਹਿੰਦੇ ਹਨ ਨਾ। ਪਰ ਵਿਚਾਰ ਦੇ ਤਲ 'ਤੇ ਤੁਸੀਂ ਜੋ ਵੀ ਸਮਝੋਗੇ ਨਾ, ਉਸ ਸਮਝ ਦੇ ਵਿੱਚੋਂ ਹੋਰ ਵਿਚਾਰ ਪੈਦਾ ਹੋਣਗੇ, ਅਤੇ ਤੁਸੀਂ ਸਾਰੇ ਹੀ ਜ਼ਿੰਦਗੀ ਵਿਚਾਰਾਂ 'ਚ ਹੀ ਉਲਝਦੇ ਰਹੋਗੇ। ਬਹੁਤ ਐਸੇ ਵਿਚਾਰਕ ਹਨ, ਅਤੇ ਮੈਂ ਕਹਿੰਦਾ ਪੁਰਾਣੇ ਸਮੇਂ 'ਚ ਇਹ ਖਤਰਾ ਘੱਟ ਸੀ। ਲੋਕ ਬਹੁਤ ਘੱਟ ਸਨ, ਪੰਡਤ ਬਹੁਤ ਘੱਟ ਸਨ ਪੁਰਾਣੇ ਸਮਿਆਂ ਦੇ ਵਿੱਚ, ਪੜ੍ਹੇ ਲਿਖੇ ਸ਼ਾਸਤਰੀ। ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਹਨ ਪੰਡਤ ਸ਼ਾਸਤਰੀ, ਕਹਿ ਲਈ ਹਰ ਇੱਕ ਹੀ ਪੜ੍ਹਿਆ ਲਿਖਿਆ ਹੈ, ਹਰ ਇੱਕ ਹੀ ਅਰਥ ਕਰ ਕਰਕੇ ਸੁਣਾ ਰਿਹਾ ਹੈ। ਬਹੁਤ ਢੰਗ ਨਾਲ ਸੁਣਾਉਂਦੇ ਹਨ, ਫਿਰ ਬਹੁਤ ਚੰਗੇ ਤਰੀਕੇ ਨਾਲ ਸੁਣਾਉਂਦੇ ਹਨ, ਪਰ ਜਿਹੜਾ ਅਰਥ ਕਰ ਰਿਹਾ ਹੈ ਉਹ ਵੀ ਅਰਥਾਂ 'ਚ ਉਲਝਿਆ ਹੋਇਆ ਹੈ, ਜਿਹੜਾ ਸੁਣ ਰਿਹਾ ਹੈ ਉਹ ਵੀ ਅਰਥਾਂ 'ਚ, ਵਿਚਾਰਾਂ 'ਚ ਹੀ ਉਲਝਿਆ ਹੋਇਆ, ਵਿਚਾਰਧਾਰਾ ਦੇ ਵਿੱਚ ਪਏ ਹੋਏ। ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਵਿਚਾਰਧਾਰਾ ਦੇ ਵਿੱਚ ਪੈ ਕੇ ਤਾਂ ਦੁਬਿਧਾ ਵੱਧ ਰਹੀ ਹੈ, ਟੈਨਸ਼ਨ ਵਧੇਗੀ ਸਗੋਂ ਜਿੰਨੀ ਜ਼ਿਆਦਾ ਵਿਚਾਰ ਕਰੋਗੇ। ਅਤੇ ਬਾਹਰੀ ਧਰਮ ਵਿਚਾਰ ਕਰਨਾ ਸਿਖਾਉਂਦਾ ਹੈ, ਵਿਚਾਰਧਾਰਾ ਦੇ ਵਿੱਚ ਪਾਉਂਦਾ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਵਿਚਾਰਧਾਰਾ ਤੋਂ ਜਿਹੜੇ ਬਾਹਰ ਕਰਨ ਵਾਲੇ ਹਨ ਜਾਗਰਤ ਪੁਰਸ਼, ਉਹਨਾਂ ਦਾ ਧਾਰਮਿਕ ਲੋਕ ਵਿਰੋਧ ਕਰਦੇ ਹਨ। ਵਿਰੋਧ ਕਿਉਂ ਕਰਦੇ ਹਨ? ਇਸੇ ਕਾਰਨ ਹੀ
ਕਿਉਂਕਿ ਉਹ ਵਿਚਾਰਧਾਰਾ ਤੋਂ ਮੁਕਤ ਕਰਦੇ ਹਨ। ਹਰ ਇੱਕ ਜਾਗਰਤ ਪੁਰਸ਼ ਦਾ, ਪਰਮ ਪੁਰਖ ਦਾ ਵਿਰੋਧ ਕੀਤਾ ਹੈ, ਭਗਤਾਂ ਦਾ ਵਿਰੋਧ ਕੀਤਾ ਹੈ, ਗੁਰੂਆਂ ਦਾ ਕੀਤਾ ਹੈ, ਧਾਰਮਿਕ ਲੋਕਾਂ ਨੇ ਕੀਤਾ ਹੈ। ਉਹ ਇਸੇ ਕਰਕੇ ਕਰਦੇ ਹਨ ਕਿਉਂਕਿ ਉਹ ਵਿਚਾਰਧਾਰਾ ਤੋਂ ਮੁਕਤ ਕਰਦੇ ਹਨ। ਅਤੇ ਜਿਹੜੇ ਧਾਰਮਿਕ ਲੋਕ ਹਨ ਉਹ ਨਾਰਾਜ਼ ਹੁੰਦੇ ਹਨ ਵੀ ਤੁਸੀਂ ਵਿਚਾਰਧਾਰਾ ਤੋਂ, ਸਿੱਖ ਦੀ ਵਿਚਾਰਧਾਰਾ ਤੋਂ ਮੁਕਤ ਕਰ ਦਿੱਤਾ, ਅਤੇ ਸਿੱਖ ਤੇ ਰਹਿ ਹੀ ਨਹੀਂ ਗਿਆ ਬੰਦਾ। ਤੋ ਸਿੱਖ ਰੱਖਣਾ ਚਾਹੁੰਦੇ ਹਨ ਵੀ ਸਿੱਖ ਬਣਿਆ ਰਵੇ, ਸਾਡੇ ਨਾਲ ਜੁੜਿਆ ਰਵੇ, ਸਾਡੀ ਸਿੱਖੀ ਵਧੇ। ਸਿੱਖੀ ਦਾ ਪ੍ਰਚਾਰ ਕਰਦੇ ਹਨ ਕਈ, ਸਿੱਖੀ ਵਧਾਉਂਦੇ ਹਨ ਬਾਹਰ, ਸਿੱਖੀ ਵਧੇ, ਸਿੱਖ ਵਿਚਾਰਧਾਰਾ ਵਧੇ, ਕਿੰਨਾ ਕੋਸ਼ਿਸ਼ ਕਰਦੇ ਹਨ ਅਤੇ ਵਿਚਾਰਧਾਰਾ ਤੋਂ ਬਾਹਰ ਨਹੀਂ ਆਉਣ ਦਿੰਦੇ। ਪਰ ਜਿਹੜਾ ਮੁਕਤ ਹੈ ਨਾ, ਉਹ ਜਾਣਦਾ ਹੈ ਵੀ ਵਿਚਾਰਧਾਰਾ ਤੋਂ ਮੁਕਤ ਹੋਣਾ ਹੀ ਹੋਣਾ ਹੈ। ਤੋ ਸਾਰੀਆਂ ਵਿਚਾਰਧਾਰਾ ਤੋਂ ਮੁਕਤ ਹੁੰਦਾ ਹੈ। ਇਸ ਕਰਕੇ ਉਹ ਕਿਸੇ ਵੀ ਧਰਮ ਦਾ ਨਹੀਂ ਹੁੰਦਾ ਹੈ, ਉਹ ਸੁਤੰਤਰ ਬੋਲਦਾ ਹੈ। ਜਿਵੇਂ ਮੈਂ ਬੋਲ ਰਿਹਾ, ਕਦੇ ਕਿਤੋਂ ਪ੍ਰਮਾਣ ਦੇ ਦਿੰਦਾ ਹਾਂ ਤੁਹਾਨੂੰ, ਕਦੇ ਕਿਤੋਂ ਪੰਕਤੀ ਬੋਲ ਦਿੰਦਾ ਹਾਂ, ਕਦੋਂ ਕਿਤੋਂ ਦ੍ਰਿਸ਼ਟਾਂਤ ਦੇ ਕੇ ਸਮਝਾ ਦੇਣਾ, ਅਤੇ ਕਿਸੇ ਵਿਚਾਰਧਾਰਾ ਨਾਲ ਥੋੜ੍ਹੀ ਜੋੜ ਰਿਹਾ ਹਾਂ ਤੁਹਾਨੂੰ। ਅਤੇ ਜਿਹੜੇ ਜਿਹੜੇ ਧਰਮ ਦੇ ਵਿੱਚ ਖਾਮੀਆਂ ਹਾਂ ਉਹ ਵੀ ਦੱਸੀ ਜਾਣਾ, ਅਤੇ ਸਾਰੇ ਵਿਚਾਰਧਾਰਾ ਤੋਂ ਮੁਕਤ ਕਰਦਾ। ਭਾਵੇਂ ਕੋਈ ਹਿੰਦੂ ਹੈ ਸੁਣਨ ਵਾਲਾ, ਭਾਵੇਂ ਕੋਈ ਸਿੱਖ ਹੈ, ਹੋਰ ਵੀ ਕੋਈ ਹੋ ਸਕਦਾ, ਸੁਣਨ ਵਾਲੇ ਬਹੁਤ ਤਰ੍ਹਾਂ ਦੇ ਹਨ। ਪਰ ਜਿਹੜੀ ਵੀ ਵਿਚਾਰਧਾਰਾ ਨਾਲ ਤੁਸੀਂ ਜੁੜੇ ਹੋਏ ਹੋ ਨਾ, ਉਹਦੇ ਤੋਂ ਮੁਕਤ ਹੋਵੋਗੇ ਤਾਂ ਵਿਚਾਰ ਖਤਮ ਹੋਣਗੇ। ਅਤੇ ਜਦੋਂ ਜਾਗਰਤ ਪੁਰਸ਼ ਹੁੰਦਾ ਹੈ ਉਦੋਂ ਤਾਂ ਉਹਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ। ਅਤੇ ਬਾਅਦ ਦੇ ਵਿੱਚ ਜਿਹੜੇ ਪਿੱਛੇ ਚੱਲਣ ਵਾਲੇ ਅਨੁਯਾਈ ਹਨ, ਉਹ ਫਿਰ ਇੱਕ ਵਿਚਾਰਧਾਰਾ ਬਣਾ ਲੈਂਦੇ ਹਨ ਅਤੇ ਉਹਦੇ ਨਾਲ ਜੁੜ ਜਾਂਦੇ ਹਨ। ਉਹ ਵਿਚਾਰਧਾਰਾ ਫਿਰ ਧਰਮ ਬਣ ਜਾਂਦੀ। ਅਤੇ ਐਸੇ ਧਰਮ ਬਣੇ ਹੋਏ ਹਨ, ਸਿੱਖ ਵਿਚਾਰਧਾਰਾ, ਹਿੰਦੂ ਵਿਚਾਰਧਾਰਾ, ਮੁਸਲਮਾਨ ਵਿਚਾਰਧਾਰਾ, ਅਤੇ ਵਿਚਾਰਧਾਰਾਵਾਂ ਹਨ। ਦੇਖੋ ਸਾਧੂ ਮਹਾਤਮਾ ਵੀ ਜਿਹੜੇ ਹਨ ਉਹ ਵੀ ਵਿਚਾਰਧਾਰਾ ਤੋਂ ਮੁਕਤ ਨਹੀਂ ਹਨ। ਬਹੁਤ ਸਾਰੇ ਸਾਧੂ ਪੁੱਛ ਵੀ ਲੈਂਦੇ ਹਨ। ਇੱਕ ਵਾਰ ਅਸੀਂ ਹਿਮਾਚਲ ਇੱਕ ਆਸ਼ਰਮ ਦੇ ਵਿੱਚ ਠਹਿਰੇ ਸੀ, ਉੱਥੇ ਕੋਈ ਸਾਧੂ ਮਹਾਤਮਾ ਆਏ, ਕੋਈ ਪ੍ਰੋਗਰਾਮ ਸੀ, ਤਾਂ ਮੈਨੂੰ ਉਹਨਾਂ ਨੇ ਸੁਣਿਆ, ਕੋਈ ਸਮਝ ਨਹੀਂ ਆਈਆਂ ਗੱਲਾਂ, ਅਤੇ ਬਾਅਦ ਵਿੱਚ ਪੁੱਛਣ ਲੱਗ ਪਏ ਵੀ ਤੁਹਾਡੀ ਸ਼ਾਖਾ ਕਿਹੜੀ ਹੈ। ਹਿੰਦੂ ਜਿਵੇਂ ਪੁੱਛਦੇ ਹਨ, ਆਪਾਂ ਪੰਜਾਬੀ 'ਚ ਕਹਿੰਦੇ ਹਾਂ ਵਿਚਾਰਧਾਰਾ ਕਿਹੜੀ ਹੈ। ਉਹ ਕਹਿੰਦੇ ਹਨ ਵੀ ਸ਼ਾਖਾ ਕੌਣ ਸੀ ਹੈ, ਕੌਣ ਸੀ ਸ਼ਾਖਾ ਸੇ ਆਪ। ਮੈਂ ਕਿਹਾ ਮੇਰੀ ਕੋਈ ਸ਼ਾਖਾ ਨਹੀਂ ਹੈ, ਮੈਂ ਕਿਸੇ ਸ਼ਾਖਾ ਦਾ ਨਹੀਂ ਹਾਂ, ਮੈਂ ਸ਼ਾਖਾ ਸਾਰੀਆਂ ਤੋਂ ਮੁਕਤ ਹੋ ਗਿਆ, ਮੈਂ ਮੂਲ ਦੇ ਨਾਲ ਜੁੜ ਗਿਆ। ਸ਼ਾਖਾ ਦਾ ਅਰਥ ਹੁੰਦਾ ਟਾਹਣੀ। ਤੁਸੀਂ ਕਿਹੜੀ ਟਾਹਣੀ 'ਤੇ ਬੈਠੇ ਹੋ? ਮੈਂ ਕਿਸੇ ਵੀ ਟਾਹਣੀ 'ਤੇ ਨਹੀਂ ਬੈਠਾ ਹੋਇਆ, ਮੈਂ ਤਾਂ ਮੂਲ ਦੇ ਵਿੱਚ ਉਤਰ ਗਿਆ। ਹੁਣ ਸਾਰੀਆਂ ਸ਼ਾਖਾਵਾਂ ਨੂੰ ਮੈਂ ਜਾਣਦਾ ਹਾਂ, ਪਰ ਕਿਸੇ ਵੀ ਸ਼ਾਖਾ ਦਾ ਨਹੀਂ ਹਾਂ। ਸ਼ਾਖਾਵਾਂ ਤੋਂ ਮੁਕਤ ਹੋ ਗਏ। ਉਹ ਮੰਨਣੀ ਨਾ ਜੀ, ਉਹ ਕਹਿਣ ਕਿਸੇ ਨਾ ਕਿਸੇ ਸ਼ਾਖਾ ਦੇ ਹੋਵੋਗੇ ਤੁਸੀਂ। ਮੈਂ ਹੁਣ ਤੁਸੀਂ ਬਾਹਰੋਂ ਐਡੀਏ ਲਾਈ ਜਾਓ, ਪਰ ਤੁਹਾਨੂੰ ਸਮਝ ਵਿੱਚ ਨਹੀਂ ਆਵੇਗਾ, ਕਿਉਂਕਿ ਮੇਰਾ ਪਹਿਰਾਵਾ ਵੀ ਕੋਈ ਐਸਾ ਹੀ ਹੈ। ਤੁਹਾਡੀ ਸਮਝ ਵਿੱਚ ਨਹੀਂ ਆ ਰਿਹਾ ਹੈ, ਨਾ ਗੱਲਾਂ ਹੀ ਆਈਆਂ ਹਨ, ਇਸ ਕਰਕੇ ਤੁਸੀਂ ਪੁੱਛ ਰਹੇ ਹੋ। ਅਤੇ ਆਮ ਸਧਾਰਨ ਸਾਧੂ ਵੀ ਮਹਾਤਮਾ ਵੀ ਜਿੰਨੇ ਹਨ, ਕਿਸੇ ਨਾ ਕਿਸੇ ਸ਼ਾਖਾ ਦੇ ਉੱਪਰ ਬੈਠੇ ਹੋਏ ਹਨ, ਟਾਹਣੀ ਦੇ ਉੱਪਰ ਕਹਿ ਲਈਏ ਬੈਠੇ ਹੋਏ, ਅਤੇ ਆਪਣੀ ਟਾਹਣੀ ਨੂੰ ਫੜ ਕੇ ਰੱਖਦੇ ਹਨ ਅਤੇ ਦੱਸਦੇ ਰਹਿੰਦੇ ਹਨ ਵੀ ਅਸੀਂ ਕਿਹੜੀ ਟਾਹਣੀ 'ਤੇ ਬੈਠੇ, ਕਿਹੜੀ ਵਿਚਾਰਧਾਰਾ ਦੇ ਨਾਲ ਜੁੜੇ। ਅਤੇ ਹਰ ਕੋਈ ਨਾ ਕੋਈ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ, ਹਰ ਇੱਕ ਕੋਈ ਨਾ ਕੋਈ ਟਾਹਣੀ 'ਤੇ ਬੈਠਾ ਹੋਇਆ। ਉਤਰਨਾ ਸੀ ਮੂਲ ਵੱਲ। ਮੂਲ ਵੱਲ ਉਹ ਹੀ ਉਤਰੇਗਾ ਜਿਹੜਾ ਟਾਹਣੀਆਂ ਨੂੰ ਛੱਡੇਗਾ, ਸ਼ਾਖਾ ਨੂੰ ਛੱਡੇਗਾ। ਹੁਣ ਸ਼ਾਖਾ ਤੋਂ ਤੁਸੀਂ ਮੂਲ ਵੱਲ ਨੂੰ ਤਾਂ ਹੀ ਉਤਰੋਗੇ, ਸ਼ਾਖਾ ਨੂੰ ਛੱਡੋਗੇ ਤਾਂ ਮੂਲ 'ਤੇ ਆਓਗੇ। ਪਰ ਸ਼ਾਖਾ ਛੱਡਣੀ ਬੜੀ ਔਖੀ ਹੈ, ਟਾਹਣੀ ਛੱਡਣੀ ਬੜੀ ਔਖੀ ਹੈ। ਡਰ ਲੱਗਦਾ ਹੈ, ਡਿੱਗ ਨਾ ਪਈ, ਬੜਾ ਉੱਚਾ ਦਰਖਤ ਹੈ,
ਚੜ੍ਹ 'ਤੇ ਗਏ, ਟਾਹਣੀ ਫੜ ਲਈ ਘੁੱਟ ਕੇ, ਚੰਬੜੇ ਹੋਏ ਹੋ ਨਾਲ ਹੁਣ ਤੁਸੀਂ ਉਸ ਟਾਹਣੀ ਦੇ। ਮੈਂ ਕਹਿੰਦਾ ਛੱਡ ਦਿਓ, ਤੁਸੀਂ ਕਹਿੰਦੇ ਨਾ ਜੀ ਨਾ, ਸਾਡੇ ਪੁਰਖਿਆਂ ਨੇ ਵੀ ਫੜੀ ਸੀ, ਅਸੀਂ ਇੰਨੇ ਚਿਰ ਤੋਂ ਫੜੀ ਹੋਈ। ਜੇ ਡਿੱਗ ਪਏ ਲੋਕ ਹੱਸਣਗੇ ਵੀ ਡਿੱਗ ਪਿਆ ਨੂੰ, ਹੱਸਣ ਦਿਓ ਲੋਕਾਂ ਨੂੰ। ਇਹ ਲੋਕ ਤੁਹਾਡੇ ਨਾਲ ਨਹੀਂ ਜਾਣੇ ਹਨ। ਕਹਿੰਦੇ ਨਾ ਦੀਨ ਗਵਾਇਆ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ। ਇਹ ਧਾਰਮਿਕਤਾ ਕਰਕੇ ਤੁਸੀਂ ਜੋ ਆਦਰ ਸਤਿਕਾਰ ਲੈ ਰਹੇ ਹਨ, ਤੇ ਇਹ ਆਦਰ ਸਤਿਕਾਰ ਨੂੰ ਛੱਡੋ ਤੇ ਬਾਹਰਲੀ ਧਾਰਮਿਕਤਾ ਛੱਡੋ, ਇਹ ਟਾਹਣੀ ਛੱਡੋ, ਵਿਚਾਰਧਾਰਾ ਤੋਂ ਮੁਕਤ ਹੋ। ਵਿਚਾਰ ਨਾ ਕਰੋ। ਮੈਂ ਕੋਈ ਵਿਚਾਰ ਕਰਨ ਵਾਸਤੇ ਥੋੜ੍ਹੀ ਕਹਿ ਰਿਹਾ, ਮੈਂ ਕੋਈ ਵਿਚਾਰਕ ਥੋੜ੍ਹੀ ਹਾਂ, ਪ੍ਰਚਾਰਕ ਥੋੜ੍ਹੀ ਹਾਂ। ਵਿਚਾਰ ਕਰਨ ਵਾਸਤੇ ਤਾਂ ਮੈਂ ਤੁਹਾਨੂੰ ਕਹਿੰਦਾ ਹੀ ਨਹੀਂ ਹਾਂ। ਮੈਂ ਤਾਂ ਸਿੱਧੀ ਗੱਲ ਕਹਿ ਰਿਹਾ ਵੀ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ, ਝੂਠ ਵੱਲੋਂ ਧਿਆਨ ਹਟਾਉਣਾ ਹੈ, ਸੱਚ ਵੱਲ ਆਉਣਾ ਹੈ। ਅਤੇ ਧਿਆਨ ਹਟਾਉਣ ਦੀ ਕੋਸ਼ਿਸ਼ ਕਰੋ। ਪਰ ਤੁਸੀਂ ਅਗਰ ਵਿਚਾਰਾਂ 'ਤੇ ਹੀ ਧਿਆਨ ਲਾ ਲਓ, ਜਿਵੇਂ ਕੱਲ੍ਹ ਕਿਹਾ ਸੀ ਨਾ ਵੀ ਜਾਗਰਤ ਜਿਹੜਾ ਪੁਰਸ਼ ਹੈ, ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ। ਤੇ ਜਾਗਦਾ ਹੈ ਗੁਰਮੁਖ ਜੋਗੀ, ਜਿਹੜਾ ਜੁੜਿਆ ਹੋਇਆ ਹੈ ਆਪਣੇ ਮੂਲ ਨਾਲ। ਤੇ ਜਿਹੜੇ ਸੰਸਾਰ ਨਾਲ ਜੁੜੇ ਹੋਏ ਹਨ ਉਹ ਸੁੱਤੇ ਹੋਏ ਹਨ। ਤੇ ਜੁੜੇ ਕਿਵੇਂ ਹਨ? ਮੋਹ ਪਿਆਰ। ਤੇ ਮੋਹ ਪਿਆਰ ਬਹੁਤ ਤਰ੍ਹਾਂ ਦਾ ਹੈ, ਬਹੁਤ ਢੰਗ ਨਾਲ ਲੋਕ ਸੁੱਤੇ ਹਨ। ਐਸਾ ਸ਼ਬਦ ਵੀ ਹੈ ਨਾ ਵੀ ਬਹੁਤ ਪ੍ਰਕਾਰ ਦੇ ਨਾਲ ਸੁੱਤੇ ਹੋਏ ਹਨ ਲੋਕ, ਬਹੁਤ ਢੰਗ ਨਾਲ ਸੁੱਤੇ ਹੋਏ ਹਨ। ਕੋਈ ਮਾਇਆ 'ਚ ਸੁੱਤਾ ਹੈ, ਕੋਈ ਕਿਸੇ ਆਪਣੇ ਸਰੀਰ ਉਹਦਾ ਬਹੁਤ ਬਲਵਾਨ ਹੈ, ਕਿਸੇ ਦਾ ਸੁੰਦਰ ਹੈ, ਕਿਸੇ 'ਚ ਕੋਈ ਗੁਣ ਹੈ, ਕਿਸੇ 'ਚ ਕੋਈ ਗੁਣ ਹੈ, ਕੋਈ ਧਾਰਮਿਕਤਾ 'ਚ ਸੁੱਤਾ ਹੈ, ਭਾਵ ਕਿ ਵਿਚਾਰਧਾਰਾ 'ਚ ਸੁੱਤੇ ਹੈ। ਉਹ ਧਾਰਮਿਕ ਵਿਚਾਰਧਾਰਾ 'ਚ ਕੋਈ ਪਿਆ ਹੋਇਆ ਤਾਂ ਸੁੱਤਾ ਹੋਇਆ ਹੈ। ਵਿਚਾਰ ਹੀ ਸੌਣਾ ਹੈ, ਖਿਆਲ ਵਿੱਚ ਰੱਖੋ। ਦਿਨੇ ਵਿਚਾਰ ਸੌਣਾ ਹੈ ਅਤੇ ਰਾਤ ਨੂੰ ਇਹੋ ਵਿਚਾਰ ਹੀ ਉਹ ਤੁਹਾਡੀਆਂ ਤਸਵੀਰਾਂ ਬਣ ਜਾਂਦੀਆਂ ਹਨ। ਉਹ ਵੀ ਸੁਪਨਾ ਹੈ। ਦਿਨ ਦਾ ਸੁਪਨਾ ਵਿਚਾਰ ਹਨ, ਦਿਨ ਦਾ ਸੁਪਨਾ ਵਿਚਾਰ ਹਨ। ਅਤੇ ਵਿਚਾਰਧਾਰਾ ਦੇ ਵਿੱਚ ਪਏ ਹੋਏ ਸੁੱਤੇ। ਸਿੱਖੀ ਦੀ ਵਿਚਾਰਧਾਰਾ ਦੇ ਵਿੱਚ ਕੋਈ ਸੁੱਤਾ ਹੋਇਆ, ਕੋਈ ਹਿੰਦੂ ਦੀ ਵਿਚਾਰਧਾਰਾ ਵਿੱਚ ਸੁੱਤਾ ਹੋਇਆ। ਅਤੇ ਧਾਰਾ ਤੋਂ ਮੁਕਤ ਹੋਓਗੇ ਨਾ ਤਾਂ ਹੀ ਜਾਗੋਗੇ। ਹੁਣ ਤੁਸੀਂ ਵਿਚਾਰੀ ਜਾਓਗੇ, ਆਹ ਗੁਰਬਾਣੀ ਵਿਚਾਰ ਹਨ। ਦੇਖੋ ਕਹਿੰਦੇ ਬੜਾ ਜ਼ਰੂਰੀ ਹੈ ਕਰਨੀ। ਹੁਣ ਕਰਦੇ ਰਹੋ। ਪਰ ਇੱਕ ਗੱਲ ਖਿਆਲ ਵਿੱਚ ਰੱਖਿਓ ਫਿਰ ਵੀ ਇੱਧਰ ਅਗਰ ਤੁਸੀਂ ਸੁਣਦੇ ਰਹੇ ਨਾਲੇ ਉੱਧਰ ਵੀ ਵਿਚਾਰਧਾਰਾ ਦੇ ਕਿਸੇ ਨਾਲ ਜੁੜੇ ਰਹੇ ਤਾਂ ਤੁਸੀਂ ਜ਼ਿਆਦਾ ਵਿਚਾਰਧਾਰਾ 'ਚ ਉਲਝ ਜਾਓਗੇ। ਇਸ ਕਰਕੇ ਤੁਹਾਡੇ 'ਤੇ ਦਇਆ ਆਉਂਦੀ ਹੈ। ਅਤੇ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਇੱਥੇ ਜੋ ਵੀ ਬੋਲਿਆ ਜਾ ਰਿਹਾ ਹੈ ਵਿਚਾਰ ਕਰਨ ਵਾਸਤੇ ਨਹੀਂ। ਇਸੇ ਕਰਕੇ ਬਹੁਤ ਕੁਛ ਐਸਾ ਬੋਲਿਆ ਜਾ ਰਿਹਾ ਹੈ ਜਿਹੜਾ ਵਿਚਾਰ ਦੇ ਤਲ 'ਤੇ ਤੁਸੀਂ ਸਮਝ ਹੀ ਨਹੀਂ ਸਕਦੇ। ਕਿਸੇ ਗ੍ਰੰਥ ਨਾਲ ਤਾਲਮੇਲ ਨਹੀਂ ਖਾਵੇਗਾ। ਅਗਰ ਤੁਸੀਂ ਗਹਿਰਾਈ ਨਾ ਸਮਝੋਗੇ ਨਾ ਤੁਹਾਨੂੰ ਪਤਾ ਲੱਗੇਗਾ। ਕੁਛ ਐਸਾ ਵੀ ਕਿਹਾ ਜਾ ਰਿਹਾ ਹੈ ਵੀ ਜਿਹੜਾ ਸਮਝ ਵਿੱਚ ਨਹੀਂ ਆਉਂਦਾ ਹੈ। ਅਤੇ ਇਸ ਕਾਰਨ ਤੁਸੀਂ ਵਿਚਾਰ ਨਹੀਂ ਕਰ ਸਕਦੇ ਹੋ। ਅਤੇ ਵਿਚਾਰ ਨਾ ਕਰੋ। ਇੱਧਰ ਇਹ ਨਹੀਂ ਕਿਹਾ ਜਾ ਰਿਹਾ ਹੈ ਵੀ ਤੁਸੀਂ ਵਿਚਾਰ ਕਰੀ ਜਾਓ, ਸੋਚੀ ਜਾਓ ਅਤੇ ਸਮਝੀ ਜਾਓ। ਨਹੀਂ, ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਸਮਝ ਤੋਂ ਪਾਰ ਜਾਣਾ ਹੈ। ਪਹਿਲਾਂ ਵਿਚਾਰ ਤੋਂ ਪਾਰ ਜਾਣਾ ਹੈ, ਫਿਰ ਸਮਝ ਤੋਂ ਪਾਰ ਜਾਣਾ ਹੈ, ਫਿਰ ਗਿਆਨ ਪਾਰ ਜਾਣਾ। ਇਹ ਸਭ ਕੁਝ ਛੱਡਣਾ ਹੈ। ਵਿਚਾਰ ਤੋਂ ਮੁਕਤ ਹੋਣਾ ਹੈ। ਅਤੇ ਜਦੋਂ ਤੁਸੀਂ ਮੁਕਤ ਹੋ ਗਏ ਸਾਰੀਆਂ ਵਿਚਾਰਧਾਰਾ ਤੋਂ, ਫਿਰ ਤੁਹਾਨੂੰ
ਕੋਈ ਜਾਣ ਹੀ ਨਹੀਂ ਸਕਦਾ ਤੁਸੀਂ ਕੌਣ। ਫਿਰ ਤੁਸੀਂ ਵਾਸਤਵਿਕ ਦੇ ਵਿੱਚ ਉਹ ਹੋ ਜੋ ਹੋ। ਜਦੋਂ ਸਾਰੀਆਂ ਵਿਚਾਰਧਾਰਾ ਤੋਂ ਕੋਈ ਮੁਕਤ ਹੋ ਜਾਂਦਾ ਹੈ ਨਾ, ਫਿਰ ਵਾਸਤਵਿਕ ਉਹ ਹੀ ਹੁੰਦਾ ਹੈ। ਜਿਹਨੂੰ ਲੋਕ ਬਾਹਰੋਂ ਨਹੀਂ ਸਿਆਣਦੇ ਹਨ। ਤੇ ਵਿਚਾਰ ਤੋਂ ਮੁਕਤ ਹੋਣਾ ਹੈ, ਖਿਆਲ ਵਿੱਚ ਰੱਖੋ। ਵਿਚਾਰ ਨਹੀਂ ਕਰਨੀ ਹੈ, ਜੋ ਕਿਹਾ ਗਿਆ ਹੈ ਨਾ ਉਹ ਸਮਝ ਕੇ ਉਹਦੇ 'ਤੇ ਅਮਲ ਕਰਨਾ ਹੈ ਬਸ। ਅਤੇ ਵਾਰ-ਵਾਰ ਅਮਲ ਕਰਨ ਵਾਸਤੇ ਕਿਹਾ ਹੈ। ਧਿਆਨ ਹਟਾਉਣਾ ਹੈ ਬਾਹਰੋਂ ਸੁਰਤ ਨੂੰ ਹਟਾਉਣਾ ਹੈ, ਛੱਡਣਾ ਹੈ ਬਾਹਰੋਂ ਧਿਆਨ। ਸੁਰਤ ਬਾਹਰ ਲੱਗ ਗਈ ਹੈ, ਉਹਨੂੰ ਹਟਾਉਣਾ ਹੈ। ਬਾਹਰ ਜੁੜ ਗਈ ਹੈ, ਮੋਹ ਪਿਆਰ ਪੈ ਗਿਆ ਹੈ। ਫਿਰ ਵਿਚਾਰਧਾਰਾ 'ਚ ਅਗਰ ਮੋਹ ਪਿਆਰ ਪੈ ਗਿਆ ਤਾਂ ਵਿਚਾਰਧਾਰਾ ਨਹੀਂ ਤੁਹਾਡੀ ਛੁੱਟਣੀ ਹੈ। ਇਹ ਵੀ ਸੌਣਾ ਹੀ ਵਿਚਾਰਧਾਰਾ ਦੇ ਵਿੱਚ ਤੁਸੀਂ ਸੁੱਤੇ ਰਹੋ। ਮੈਂ ਕਹਿੰਦਾ ਜਾਗੋ, ਜਾਗ ਲੈ ਹੋ ਰੇ ਮਨ ਕਹਾਂ ਗਾਫਲ ਸੋਇਆ, ਜੋ ਤਨ ਉਪਜੈ ਸੰਗੀ ਸੋ ਪੀ ਸੰਗ ਨਾ ਹੋਇਆ, ਸੰਗ ਨਾ ਹੋਇਆ, ਸੰਗ ਨਾ ਹੋਇਆ।